ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੀ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਤੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਪੰਜਾਬ 'ਚ ਫਿਲਹਾਲ ਬੰਦ ਰਹਿਣਗੇ ਸਕੂਲ ਕਾਲਜ। ਵਿੱਤ ਮੰਤਰੀ ਨੇ ਪੇਸ਼ ਕੀਤਾ ਕੇਂਦਰੀ ਬਜਟ। ਪ੍ਰਧਾਨ ਮੰਤਰੀ ਨੇ ਕਿਹਾ ਨਵੀਆਂ ਸੰਭਾਵਨਾਵਾਂ ਨਾਲ ਭਰਪੂਰ। ਮਨਪ੍ਰੀਤ ਸਿੰਘ ਬਾਦਲ ਦੇ ਮਮੇਰੇ ਭਰਾ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ। ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚੇ ਨੂੰ ਝਟਕਾ। ਚੋਣ ਕਮਿਸ਼ਨ ਨੇ ਨਹੀਂ ਦਿੱਤੀ ਸਿਆਸੀ ਪਾਰਟੀ ਦੀ ਮਾਨਤਾ। ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਕੈਪਟਨ ਦੇ ਸਾਬਕਾ OSD। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖਤ ਫੈਸਲਾ ਲੈਂਦੇ ਹੋਏ ਕੋਰੋਨਾ ਪਾਬੰਦੀਆਂ ਨੂੰ ਇੱਕ ਹਫ਼ਤੇ ਲਈ ਹੋਰ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਪੱਤਰ 'ਚ ਕੋਰੋਨਾ ਪਾਬੰਦੀਆਂ 8 ਫਰਵਰੀ ਤੱਕ ਵਧਾਈਆਂ ਗਈਆਂ ਹਨ। ਪੰਜਾਬ 'ਚ ਫਿਲਹਾਲ ਸਕੂਲ, ਕਾਲਜ, ਯੂਨੀਵਰਸਿਟੀਆਂ ਬੰਦ ਰਹਿਣਗੇ। ਨਾਈਟ ਕਰਫਿਊ ਵੀ ਰਾਤ 10 ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਤਾਜ਼ਾ ਹੁਕਮਾਂ ਅਨੁਸਾਰ ਪੰਜਾਬ ਭਰ ਵਿੱਚ ਸਕੂਲ, ਕਾਲਜ 8 ਫਰਵਰੀ ਤੱਕ ਵਿਦਿਆਰਥੀਆਂ ਲਈ ਬੰਦ ਰਹਿਣਗੇ। ਸਮਾਗਮਾਂ ਦੀ ਲਿਮਟ ਇੰਡੋਰ ਵਿੱਚ 500 ਲੋਕ ਤੇ ਆਊਟਡੋਰ ਵਿੱਚ 1000 ਲੋਕ ਮੌਜੂਦ ਹੋ ਸਕਦੇ ਹਨ। ਇਸ ਦੇ ਨਾਲ ਹੀ ਜਨਤਕ ਥਾਵਾਂ, ਮੰਡੀਆਂ, ਬਾਜ਼ਾਰਾਂ, ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਵਿੱਚ ਜਾਣ ਵਾਲੇ ਲੋਕਾਂ ਲਈ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੇਂਦਰੀ ਬਜਟ ਪੇਸ਼ ਕੀਤਾ। सीतारमन ने संसद के बजट सैशन दौरान लोक सभा में केंद्रीय बजट 2022-23 पेश किया। बजट पेश करदियां वित्त मंत्री ने कहा कि यह बजट अगले 25 सालों ਲਈ भारत के आर्थिक विकास और विस्तार की नींह रखेगा। वित्त मंत्री ने कहा कि सरकार का ध्यान बुनियादी ढांचे के आधुनिकीकरण ਲਈ जनतक निवेश ਨੂੰ ਉਤਸ਼ਾਹਿਤ ਕਰਨ ਤੇ ਜਾਰੀ ਰਹੇਗਾ। ਉੱਥੇ ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਬਜਟ ਨੇ 100 ਸਾਲ ਦੀ ਤਬਾਹੀ ਦੇ ਵਿਚਕਾਰ ਵਿਕਾਸ ਦਾ ਨਵਾਂ ਭਰੋਸਾ ਦਿੱਤਾ ਹੈ। ਇਹ ਬਜਟ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਮ ਆਦਮੀ ਲਈ ਕਈ ਨਵੇਂ ਮੌਕੇ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਬਜਟ ਵਧੇਰੇ ਬੁਨਿਆਦੀ ਢਾਂਚੇ, ਵਧੇਰੇ ਨਿਵੇਸ਼, ਵਧੇਰੇ ਵਿਕਾਸ ਤੇ ਵਧੇਰੇ ਨੌਕਰੀਆਂ ਦੀਆਂ ਨਵੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬਜਟ ਮੌਜੂਦਾ ਮੁੱਦਿਆਂ ਨੂੰ ਹੱਲ ਕਰਦਾ ਹੈ ਤੇ ਸਾਡੇ ਨੌਜਵਾਨਾਂ ਲਈ ਮਜ਼ਬੂਤ ਭਵਿੱਖ ਦਾ ਭਰੋਸਾ ਦਿੰਦਾ ਹੈ। भारत के कोटि कोटि जनों की आस्था मां गंगा की सफाई के साथ साथ किसानों के कल्याण के लिए एक महत्वपूर्ण कदम उठाया गया है। उत्तराखंड, उत्तर प्रदेश, झारखंड, बिहार, पश्चिम बंगाल, इन राज्यों में गंगा किनारे नेचुरल फार्मिंग को प्रोत्साहन दिया जाएगा। इससे मां गंगा की सफाई का जो अभियान है उसमें मां गंगा को केमिकल मुक्त करने में भी बहुत बड़ी मदद मिलेगी। बजट के प्रावधान यह सुनिश्चित करने वाले हैं कि कृषि लाभप्रद हो, इसमें नए अवसर हो, नए एग्रीकल्चर स्टार्टअप्स को प्रोत्साहन देने के लिए विशेष फंड हो या फिर फूड प्रोसेसिंग उद्योग के लिए नया पैकेज। इससे किसानों की आय बढ़ाने में बहुत मदद मिलेगी। MSP खरीद के माध्यम से किसानों के खाते में 2.25 लाख करोड़ रुपए से भी ज्यादा सीधे ट्रांसफर किए जा रहे हैं। कोरोना काल में MSME यानी हमारे छोटे उद्योगों की मदद और उनकी सुरक्षा के लिए देश ने लगातार अनेक निर्णय लिए थे, अनेक प्रकार की मदद पहुंचाई थी। इस बजट में क्रेडिट गारंटी में रिकॉर्ड वृद्धि के साथ ही कई नई योजनाओं का ऐलान किया गया है। डिफेंस के कैपिटल बजट का 68% डोमेस्टिक इंडस्ट्री को रिजर्व करने का भी बड़ा लाभ भारत के MSME सेक्टर को मिलेगा। ये आत्मनिर्भरता की तरफ बहुत बड़ा मजबूत कदम है। 7.5 लाख करोड़ रुपए के पब्लिक इन्वेस्टमेंट से अर्थव्यवस्था को नई गति के साथ ही छोटे और अन्य उद्योगों के लिए नए अवसर भी बनेंगे।
मैं वित्त मंत्री निर्मला जी और उनकी पूरी टीम को इस पीपल फ्रेंडली और प्रोग्रेसिव बजट के लिए बहुत बहुत बधाई देता हूं। कल भारतीय जनता पार्टी ने मुझे सुबह 11 बजे बजट और आत्मनिर्भर भारत विषय पर बात करने के लिए निमंत्रित किया है। कल 11 बजे मैं बजट के इस विषय पर विस्तार से बात करूंगा। आज इतना काफी है। बहुत बहुत धन्यवाद। ਸ਼੍ਰੀ ਮੁਕਤਸਰ ਸਾਹਿਬ 'ਚ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਵਿਕਾਸ ਨਾ ਹੋਣ ਕਾਰਨ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਮੇਰੇ ਭਰਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਇਸ ਦੌਰਾਨ ਉਹਨਾਂ ਕਿਹਾ ਕਿ ਮੇਰੇ ਵਰਕਰਾਂ ਜੋ ਮੈਨੂੰ ਮੇਰੇ ਪਰਿਵਾਰ ਦੀ ਤਰ੍ਹਾਂ ਹਨ, ਉਹਨਾਂ ਦੀ ਬਿਲਕੁਲ ਅਣਦੇਖੀ ਕਰਨਾ, ਉਹਨਾਂ ਦੀ ਕੋਈ ਸੁਣਵਾਈ ਨਾ ਹੋਣਾ ਤੇ ਪੰਜਾਬ ਦੇ ਲੋਕਾਂ ਨਾਲ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਧੋਖਾ ਦੇਣਾ ਆਦਿ ਨੂੰ ਲੈ ਕੇ ਮੈਂ ਦੁਖੀ ਅਤੇ ਮਜਬੂਰ ਹੋ ਕੇ ਭਰੇ ਮਨ ਨਾਲ ਰੋਸ ਵਜੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਰਿਹਾ ਹਾਂ। उन्होंने कहा कि मीडिया राही अपना अस्तीफा पंजाब कांग्रेस के प्रधान मुख्यमंत्री ते समुची लीडरशिप नूं भेज रहा हाँ। उन्होंने कहा कि इस अस्तीफे नूं ही मेरा पक्का अस्तीफा मन्निया जावे। मैं कांग्रेस पार्टी तो अस्तीफा दे रहा जी अपना, इस करके तुहानूं सारिआं नूं बुलाया। कारण मेरे नालों वध पंजाब दी जनता जानदी है। एडी वड्डी धोखेबाज पार्टी, किसी काम करन वाले नूं इन्हां ने टिकट नहीं दित्ती गई। अज ये पंजाब की त्रासदी वेख लो। पहला 4.5 साल पौने 5 साल कैप्टन अमरिंदर सिंह मुख्यमंत्री रहे पंजाब दे। जिन्ने वादे कीते सी उन्हां दे विचों एक भी पूरा नहीं कर सके। सरासर झूठ। नशा पहलां नालों भी पंजाब दे विच वध गया। जिहड़ा माफिया हर तरह का, चाहे माइनिंग का है, चाहे ट्रांसपोर्ट्स का है, किसी भी तरह का, वो अगे नालों वध गया। चन्नी साहब बने, बड़ियां उम्मीदां जागियां सी, लेकिन 36,000 मुलाजम मैं पक्के कर दूंगा जिहड़े कच्चे आ। करोड़ां रुपया दे होल्डिंग्स लग गए समुचे पंजाब दे विच, लेकिन वो भी सरासर झूठ निकलिया। रेत माइनिंग का उन्होंने कहा मैं जमा ये माफिया खत्म ही कर दूंगा। रेता जिहड़ा जावे वो आपदी ट्रैक्टर ट्राली जावे, आपदा भर लियावे। जे कोई बाजार चों मिलूगा तो अद्धी कीमत ते 5.5 रुपए फुट। यकीन मनो जे अगे नालों भी 10% वध गया। तो मेरा मन उस वेले बिल्कुल चल गया इस पार्टी तो जदों चरणजीत सिंह चन्नी दे रिश्तेदार दे घरों करोड़ां रुपया लभ्या। तो वो जिहड़ा रिश्तेदार सी वो करोड़ां रुपया कोई एक नंबर की कमाई नहीं सी। वो करोड़ां रुपया रेत माफिया का वो काम करते सी। इत्थों ये जाहिर हुंदा भी ये पार्टी किन्नी क असूलां दी पक्की है। रही गल श्री मुक्तसर साहब की टिकट की, जिहड़े मेरे वर्गे काम करन वाले लोग आ, जिहड़े हेठले पद्धर ते वर्करां दे दुख तकलीफां जाणदे आ, जिहड़े मेरे वर्गे शहर की गंदगी का पता है कि शहर दे विच किन्ना बुरा हाल आ, डिवेलपमेंट का 0% डिवेलपमेंट हुई है इस पवित्र शहर की। और 1 रुपया फंड पंजाब सरकार तो इस हलके नूं नहीं आया। खेती कानूना खिलाफ दिल्ली सरहद ते साल भर चले अंदोलन मगरों पंजाब च सियासी पार्टी वजों सरगर्म होए किसानां दीआं आसां ते पानी फिर गया है। चोण कमिशन ने संयुक्त समाज मोर्चा नूं सियासी पार्टी वजों मानता देने तो इनकार कर दिता है। इन्ना ही नहीं, साझा मोर्चा भी अपनी मांग अनुसार पूरे पंजाब विच ट्रैक्टर का चोण निशान भी नहीं लवेगा। संयुक्त समाज मोर्चा ने इसलिए भारतीय जनता पार्टी नूं जिम्मेवार ठहराया है। पंजाब विच चोणां लड़न लई अंदोलनकारी किसानां दीआं कई जथेबंदियां ने संयुक्त साझा मोर्चा बनाया सी। श्रोमणी अकाली दल दी फरीदकोट सीट ते रोजाना समीकरण बदलते नजर आ रहे हैं। कैप्टन अमरिंदर सिंह दे खास मन्ने जांदे उन्हां दे साबका OSD ਅਤੇ PLC ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸਨੀ ਬਰਾੜ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਫਰੀਦਕੋਟ ਸੀਟ ਲਈ ਉਹਨਾਂ ਵੱਲੋਂ PLC ਲਈ ਆਪਣੀ ਉਮੀਦਵਾਰੀ ਦਾ ਦਾਅਵਾ ਕੀਤਾ ਜਾ ਰਿਹਾ ਸੀ, ਪਰ ਉਹਨਾਂ ਦੀ ਇਸ ਮੰਗ ਨੂੰ ਦਰਕਿਨਾਰ ਕਰ ਇਹ ਸੀਟ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਨੂੰ ਦੇ ਦਿੱਤੀ ਗਈ, ਜਿਸ ਤੋਂ ਬਾਅਦ ਉਹ ਕਾਫੀ ਖਫਾ ਨਜ਼ਰ ਆ ਰਹੇ ਹਨ।
ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਗਿਆ। ਇਸ ਮੌਕੇ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ, ਉੱਥੇ ਹੀ ਆਪਣਾ OSD ਬਣਾਏ ਜਾਣ ਦਾ ਐਲਾਨ ਵੀ ਕਰ ਦਿੱਤਾ। फरीदकोट जिले मैं कह सकता है कि कांग्रेस पार्टी खत्म ही समझो। ਜਿਹੜੀ कांग्रेस ਦੇ ਜਿਹੜੇ ਮੋਢੀ ਸੀ, ਜਿਨ੍ਹਾਂ ਨੇ ਇੱਥੇ ਆਪਣੇ ਵਰਕਰਾਂ ਨਾਲ ਮਿਲ ਕੇ ਕੰਮ ਕੀਤਾ, ਜਿਨ੍ਹਾਂ ਨੇ ਟੀਮ ਬਣਾਈ, वो अज सारे ही श्रोमणी अकाली दल में शामिल हुए हैं। मैं उन्होंने जी आए कहना है। बहुत ज्यादा सरपंच, पंच, जिला परिषद मैंबर, ब्लॉक समिति मैंबर शामिल हुए हैं। मैं अज कह सकता है कि तिन्ने ते तिन्ने सीटां श्रोमणी अकाली दल दियां क्लियर है। ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਗੜ੍ਹ 'ਚ ਉਹਨਾਂ ਨੂੰ ਚੁਣੌਤੀ ਦਿੱਤੀ ਤੇ ਦਾਅਵਾ ਕੀਤਾ ਕਿ ਉਹ ਹੰਕਾਰੀ ਨੂੰ ਪਿਆਰ ਕਰਨਾ ਸਿਖਾਏਗਾ। ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਖਿਲਾਫ ਚੋਣ ਲੜ ਚੁੱਕੇ ਮਜੀਠੀਆ ਨੇ ਕਿਹਾ ਕਿ 18 ਸਾਲਾਂ ਵਿੱਚ ਵੀ ਸਿੱਧੂ ਉਹਨਾਂ ਦੇ ਛੋਟੇ-ਮੋਟੇ ਮਸਲੇ ਹੱਲ ਨਹੀਂ ਕਰ ਸਕੇ। ਉਹ ਸਿੱਧੂ ਦੀ ਚਾਰਜ ਸ਼ੀਟ ਲੈ ਕੇ ਜਾਣਗੇ ਤੇ ਲੋਕਾਂ ਲਈ ਪੁੱਛਣਗੇ ਕਿ ਉਹਨਾਂ ਨੇ ਹੁਣ ਤੱਕ ਕੀ ਕੀਤਾ। ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਉਹ ਪੂਰਬੀ ਭਾਈਚਾਰੇ ਦੀ ਪੂਰੀ ਸੇਵਾ ਕਰਨਗੇ। जिस दिन पार्टी ने मैनू ਅੰਮ੍ਰਿਤਸਰ पूर्बी चो ਐਲਾਨਿਆ, जिथे भी मैं ਅੰਮ੍ਰਿਤਸਰ पूर्बी च ਜਾਂਦਾ ਸੀ, ਮੈਨੂੰ ਇੱਕ ਸਵਾਲ ਹੁੰਦਾ ਸੀ ਕਿ ਜਦ ਤੂੰ ਦੋਵੇਂ ਸੀਟਾਂ ਜਿੱਤ ਜਾਏਗਾ ਤੇ ਤੂੰ ਸੀਟ ਕਿਹੜੀ ਰੱਖੇਗਾ। ਔਰ ਕਿਤੇ ਨਾ ਕਿਤੇ ਮੇਰੇ ਮਨ ਤੇ ਉਹ ਗੱਲ ਅਸਰ ਕਰਦੀ ਸੀ ਕਿ ਯਾਰ ਜੇ ਅੱਜ ਹੀ ਝੂਠ ਬੋਲਾਂਗੇ, ਜੇ ਬੁਨਿਆਦ ਹੀ घर की कमजोर होवे, नीआं ही कमजोर होण, ते फिर किवें निभ सकांगे। और जो वड वडेरिया ने, बुजुर्गों ने सिखाया कि ये उस गल दे उल्ट नहीं। इसलिए मैं इन्हां सारियां नाल पिछले कई दिनां च मीटिंग कीती आपदे साथियां नाल, ते मैं इन्हां नूं ये कहा कि बड़ा औखा फैसला लेना पै रहा, चुनौती वाला फैसला लेना पै रहा कि आ न्याणा भरा चंगा कि आ भरा चंगा। भरा दोवें चंगे ने, मगर क्योंकि टैक्नीकल एक गल बन जाती है कि जब तुसी MLA 2 हलकों चों बन जाओ तो तुहानूं एक हलका टैक्नीकली छड्डना पैंदा। इसलिए ये फैसला मजीठे दे निवासियों का दिल दियां गहराइयां चों दोवें हथ जोड़ के उन्हां दी इजाजत लैण तो मगरों, उन्हां दा आशीर्वाद लैण तो मगरों, उन्हां दी थापी लैण तो मगरों अज दास अनाउंसमेंट कर रहा कि मजीठे हलके चों मेरी धर्म पत्नी गनीव कौर जी उत्थों इलैक्शन लड़नगे और दास ਅੰਮ੍ਰਿਤਸਰ ਈਸਟ श्री ਅੰਮ੍ਰਿਤਸਰ ਸਾਹਿਬ ਦੀ ਪੂਰਬੀ ਹਲਕੇ ਤੋਂ ਇਲੈਕਸ਼ਨ ਲੜੂਗਾ। ਠੀਕ ਹੈ ਜੀ, ਇਹੀ ਫੈਸਲਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ, ਜਦ ਮੈਂ ਹਲਕੇ 'ਚ ਜਾਂਦਾ ਸੀ, ਕਈ ਬਜ਼ੁਰਗਾਂ ਨੇ ਜਦ ਮੇਰੇ ਤੇ ਆਪ ਦਾ ਪਿਆਰ ਭਰਿਆ ਹੱਥ ਰੱਖਿਆ, ਮਾਤਾਵਾਂ ਨੇ ਰੱਖਿਆ, ਮੈਨੂੰ ਇੱਕ ਗੱਲ ਕਹੀ ਕਿ ਅੱਜ ਵਾਅਦਾ ਕਰ ਹਲਕਾ ਨਹੀਂ ਛੱਡੇਗਾ। और मैनू ना ये महसूस होंदा सीगा कि यार 2 हलकों च तो मैं MLA रह नहीं सकता, रहना तो मैं एक चों ही हाँ। और कई बड़े कैलकुलेटेडली चलते हैं कि यार सेफ बैट केड़ी आ। सेफ बैट तो जिस हलके ने हमेशा मैनू मान बख्शिया, उन्होंने तो मैनू पूरी आस है कि ऐतकी भी एक तरफा फैसला सुना देना सी। बट इट इज़ नॉट अबाउट माई कंफर्ट लैवल, इट इज़ नॉट अबाउट माई सेफ्टी, इट इज़ अबाउट ए श्री ਅੰਮ੍ਰਿਤਸਰ ਸਾਹਿਬ ਦੇ ਪੂਰਬੀ ਹਲਕੇ ਦੇ ਵਿਕਾਸ ਦੀ ਗੱਲ ਹੈ, ਉਸ ਹਲਕੇ ਦੀ ਡਿਵੈਲਪਮੈਂਟ ਦੀ ਗੱਲ ਹੈ, ਉਸ ਹਲਕੇ 'ਚ ਇੱਕ ਬੰਦੇ ਦੇ ਅਹੰਕਾਰ ਨੂੰ ਭੰਨਣ ਦੀ ਗੱਲ ਹੈ, ਉਸ ਬੰਦੇ ਦੀ ਗੱਲ ਹੈ ਜੋ ਬੰਦਾ ਆਪ ਦੇ 18 ਸਾਲ ਲੋਕਾਂ ਨੂੰ ਝੂਠ ਦਾ ਮਾਡਲ ਪੇਸ਼ ਕੀਤਾ, ਚੀਟ ਦਾ ਮਾਡਲ ਪੇਸ਼ ਕੀਤਾ, ਫਰੇਬ ਦਾ ਮਾਡਲ ਪੇਸ਼ ਕੀਤਾ। ਔਰ ਮਾਡਲ ਆਈ ਵਾਰੀ
ਜਦੋਂ ਚੋਣਾਂ ਆਉਂਦੀਆਂ ਦਸੰਬਰ ਦੇ ਮਹੀਨੇ 'ਚ ਨਿਕਲਦਾ ਤੇ ਮਾਰਚ ਦੇ ਮਹੀਨੇ 'ਚ ਗਵਾਚ ਜਾਂਦਾ। ਉਸ ਬੰਦੇ ਨੂੰ ਸਿਖਾਉਣ ਦੀ ਵਾਰੀ ਹੈ। ਪੰਜਾਬ 'ਚ ਨਾਮਜ਼ਦਗੀਆਂ ਦੇ ਆਖਰੀ ਦਿਨ ਪੰਜਾਬ ਦੇ ਦਿੱਗਜ ਨੇਤਾਵਾਂ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਹਨਾਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਵੱਲੋਂ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਆਪਣੇ ਨਾਮਜ਼ਦਗੀ ਪੱਤਰ ਚੋਣ ਰਿਟਰਨਿੰਗ ਅਫਸਰ ਕਮ ਸਬ ਡਿਵੀਜ਼ਨਲ ਮੈਜਿਸਟ੍ਰੇਟ ਪਰਮਜੀਤ ਸਿੰਘ ਕੋਲ ਪੇਸ਼ ਕੀਤੇ ਗਏ। ਇਸ ਤੋਂ ਪਹਿਲਾਂ ਸੀਐਮ ਨੇ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿੱਚ ਸਥਿਤ ਆਪਣੇ ਦਫ਼ਤਰ ਵਿੱਚ ਇਕੱਤਰ ਹੋਏ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦਾ ਆਪਣਾ ਚੰਨੀ ਹੈ ਤੇ ਉਹਨਾਂ ਨੂੰ ਮੁੜ ਵੋਟਾਂ ਪਾ ਕੇ ਕਾਮਯਾਬ ਕਰਨ। ਇਸ ਤੋਂ ਬਾਅਦ ਇੱਕ ਵੱਡੇ ਕਾਫਲੇ ਰਾਹੀਂ ਚੰਨੀ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਚੋਣ ਅਧਿਕਾਰੀ ਕੋਲ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪੁੱਜੇ। ਇਸ ਮੌਕੇ ਉਹਨਾਂ सांसद मोहम्मद सदीक, कलाकार योगराज सिंह भी मौजूद रहे। एक विरोधी कह रहे हैं, चाहे सुखबीर बादल हो या चाहे केजरीवाल हो, कि चन्नी साहब लगता है डर गए इसलिए 2 सीटों से लड़ रहे हैं। कोई जवाब है? दूसरा आपकी पार्टी बहुत कह रहे थे कि जी मालवे में हमारी बड़ी बढ़त है, जो सबसे कमज़ोर सीट मानी जा रही थी, जहां 50 साल से कांग्रेस नहीं जीती थी, एक बार जीती है बस, वहां भी मैं गया हूं और पूरा मालवा एक तरफ हो गया है। और आने वाले दिनों में केजरीवाल सिद्धू साहब कह रहे हैं मेरे को पत्नी आजाद लड़ने का सिद्धू साहब कह रहे हैं कि अगर मेरे को कहा जाता मैं 2 सीटों से लड़ता। एक बड़ा मामला आज बजट देश का पेश हो रहा है, एक मुख्यमंत्री के तौर पर उस बजट को लेकर के आपकी क्या उम्मीद है? अरे हम तो चाहते हैं कि पंजाब को ज़्यादा से ज़्यादा मोदी सरकार हमें बेनिफिट दे और हम अपेक्षा भी रखते हैं और हमारा हक भी है और हमें मिलना भी चाहिए। ਕਾਂਗਰਸ ਨੇ ਆਦਮਪੁਰ ਦੀ ਟਿਕਟ ਦਾ ਫੈਸਲਾ ਨਾਮਜ਼ਦਗੀ ਦਾ ਸਮਾਂ ਸਮਾਪਤ ਹੋਣ ਤੋਂ 10 ਮਿੰਟ ਪਹਿਲਾਂ ਕੀਤਾ। ਕਾਂਗਰਸ ਨੇ ਐਨ ਆਖਰੀ ਸਮੇਂ ਸੁਖਵਿੰਦਰ ਸਿੰਘ ਕੋਟਲੀ ਨੂੰ ਉਮੀਦਵਾਰ ਬਣਾਇਆ ਹੈ। 1967 ਤੋਂ ਬਾਅਦ ਪਹਿਲੀ ਵਾਰ ਕੇਪੀ ਪਰਿਵਾਰ ਪੰਜਾਬ ਦੀਆਂ ਚੋਣਾਂ ਚੋਂ ਬਾਹਰ ਹੋਇਆ ਹੈ, ਜਿਸ ਤੋਂ ਬਾਅਦ ਲੱਗਦਾ ਹੈ ਕਾਂਗਰਸ ਦੇ ਸਾਬਕਾ सांसद ਮਹਿੰਦਰ ਸਿੰਘ ਕੇਪੀ ਦੀ ਸਿਆਸਤ ਵਿਧਾਨ ਸਭਾ ਵਿੱਚ ਫਿਲਹਾਲ ਖਤਮ ਹੋ ਗਈ ਹੈ। ਜਲੰਧਰ ਦੇ ਨਗਰ ਨਿਗਮ ਵਿਖੇ ਕਾਂਗਰਸ ਦੇ ਸਾਬਕਾ सांसद ਮਹਿੰਦਰ ਸਿੰਘ ਕੇਪੀ ਜਦੋਂ ਆਪਣੇ ਕਾਗਜ਼ ਦਾਖਲ ਕਰਵਾਉਣ ਦਫ਼ਤਰ ਵਿਖੇ ਪੁੱਜੇ ਤਾਂ ਬਿਨਾਂ ਕਾਗਜ਼ ਦਾਖਲ ਕੀਤੇ ਹੀ ਦਫ਼ਤਰ ਤੋਂ ਬਾਹਰ ਆ ਗਏ। ਉਹਨਾਂ ਕਿਹਾ ਕਿ ਕਾਂਗਰਸ ਨੇ ਉਹਨਾਂ ਨਾਲ ਸਹੀ ਨਹੀਂ ਕੀਤਾ। नहीं मेरे को है नहीं गा फॉर्म है नहीं गा वो जरा होता ये फॉर्म उस तो बिना तो देना हाँ जी उस तो बिना देना तो कोई फायदा नहीं। ओके फिर नॉमिनेशन नहीं ਤੁਹਾਨੂੰ ਇਹਨਾਂ ਨੇ ਲਾਸਟ ਮੋਮੈਂਟ ਤੱਕ ਦੱਸਿਆ ਹੀ ਨਹੀਂ ਇਸ ਤਰ੍ਹਾਂ ਕਿਉਂ ਕੀਤਾ ਪਾਰਟੀ मैं थोड़ा जिहा करूँगा टाइम लैके थोड़ा जिहा प्रेस कॉन्फ्रेंस ਤੁਹਾਡੀ ਨੋਮੀਨੇਸ਼ਨ ਨਹੀਂ ਹੋਈ ਨਹੀਂ ਤੇ ਫਿਰ ਤੁਸੀਂ ਕਿਸੇ ਨਾਲ ਗੱਲ ਨਹੀਂ ਕੀਤੀ ਕਿ ਇਸ ਤਰ੍ਹਾਂ ਕਿਉਂ ਕੀਤਾ? ਸਭ ਨਾਲ ਗੱਲ ਕਰ ਰਹੇ ਹਾਂ ਜੀ, ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਵੈਰੀ ਸਟ੍ਰੇਂਜ। ਸਭ ਤੋਂ ਪਹਿਲਾਂ ਤਾਂ ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਸ਼੍ਰੀਮਤੀ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ ਔਰ ਪ੍ਰਿੰਕਾ ਜੀ ਦਾ ਔਰ ਪੰਜਾਬ ਦੀ ਲੀਡਰਸ਼ਿਪ ਦਾ ਮਾਨਯੋਗ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਸਾਹਿਬ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਸਾਹਿਬ, ਮਾਨਯੋਗ ਜਾਖੜ ਸਾਹਿਬ, ਸਾਰੀ ਸਮੁੱਚੀ ਕੈਬਨਿਟ ਅਤੇ ਸਾਰੇ ਅਹੁਦੇਦਾਰ ਸਾਹਿਬਾਨ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ। ਮੇਰੇ ਪਾਸ ਕੋਈ ਸ਼ਬਦ ਨਹੀਂ ਹੈ ਕਿ ਮੈਂ ਕਾਂਗਰਸ ਪਾਰਟੀ ਦਾ ਕਿਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਕਰਾਂ, ਜਿਨ੍ਹਾਂ ਨੇ ਮੇਰੇ ਵਰਗੇ ਇੱਕ ਗਰੀਬ ਨੂੰ, ਨਿਮਾਣੇ ਨੂੰ ਬਹੁਤ ਵੱਡਾ ਮਾਣ ਬਖਸ਼ਿਆ। ਮੈਂ ਜ਼ਿੰਦਗੀ ਦੇ ਅੰਦਰ ਆਪਣੀ ਸਾਰੀ ਜ਼ਿੰਦਗੀ ਲੋਕ ਹਿੱਤਾਂ ਦੇ ਲੜਦਿਆਂ ਲਗਾਈ ਹੈ। ਮੈਂ ਸਮਝਦਾ ਕਿ ਮੇਰੀ ਅੱਜ ਕਦਰ ਜਿਹੜੀ ਹੈ ਉਹ ਕਾਂਗਰਸ ਪਾਰਟੀ ਨੇ ਪਾਈ ਹੈ। ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਮੈਂ ਕਾਂਗਰਸ ਪਾਰਟੀ ਦਾ ਧੰਨਵਾਦ ਕਰ ਸਕਾਂ। ਫਿਰ ਵੀ ਮੈਂ ਆਪਣੀ ਵੱਲੋਂ, ਆਪਣੇ ਸਮੁੱਚੇ ਵਰਕਰਾਂ ਵੱਲੋਂ, ਆਪਣੇ ਹਲਕੇ ਦੇ ਸਾਰੇ ਲੋਕਾਂ ਵੱਲੋਂ, ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮਹਿੰਦਰ ਸਿੰਘ ਕੇਪੀ ਵੀ ਆਏ ਸੀਗੇ ਇੱਥੇ, ਉਹਨਾਂ ਬਾਰੇ ਕੀ ਕਹਿਣਾ? ਦੇਖੋ, ਕਾਂਗਰਸ ਪਾਰਟੀ ਨੇ ਮੈਨੂੰ ਟਿਕਟ ਦਿੱਤਾ ਹੈ, ਇਹਦੇ ਬਾਰੇ ਤਾਂ ਉਹੀ ਦੱਸ ਸਕਦੇ ਨੇ। ਮੈਂ ਉਹਨਾਂ ਦਾ ਵੀ ਬਹੁਤ ਇੱਜ਼ਤ ਕਰਦਾ, ਉਹ ਸਤਿਕਾਰਯੋਗ ਨੇ। ਮੈਂ ਉਹਨਾਂ ਕੋਲ ਵੀ ਜਾਵਾਂਗਾ ਔਰ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਾਂ ਇਕੱਠੇ ਹੋ ਕੇ ਕਾਂਗਰਸ ਪਾਰਟੀ ਨੂੰ ਜਿਤਾਈਏ। ਕਿਤੇ ਨਾ ਕਿਤੇ ਨਾਰਾਜ਼ਗੀ ਤਾਂ ਦਿਖਾਈ ਦੇ ਰਹੀ ਹੈ ਨਾ ਜੀ, ਕਿਉਂਕਿ ਐਟ ਅ ਟਾਈਮ ਦੇ ਉੱਤੇ ਕਾਗਜ਼ ਭਰਨਾ ਹੈ, ਉੱਥੋਂ ਇਹਨਾਂ ਨੂੰ ਬੈਕ ਲੌਟਣਾ ਪਿਆ, ਵਾਪਸ ਜਾਣਾ ਪਿਆ। ਦੇਖੋ, ਇਹਦੇ ਬਾਰੇ ਤਾਂ ਹੁਣ ਮੈਨੂੰ ਟਿਕਟ ਮਿਲਿਆ, ਮੈਨੂੰ ਟਿਕਟ ਦਿੱਤਾ ਗਿਆ, ਇਹ ਤਾਂ ਹੁਣ ਸਾਰੀ ਲੀਡਰਸ਼ਿਪ ਦਾ ਹੀ ਜਵਾਬ ਦੇ ਸਕਦੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੀਟ ਨਾ ਮਿਲਣ ਕਾਰਨ ਕਾਂਗਰਸ ਤੋਂ ਖਫਾ ਚੱਲ ਰਹੇ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਸਿੰਘ ਕੰਗ ਨੇ ਆਖਿਰਕਾਰ ਪਾਰਟੀ ਛੱਡ ਦਿੱਤੀ ਹੈ। ਉਹਨਾਂ ਨੇ ਦਿੱਲੀ ਵਿਖੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਗਮੋਹਨ ਸਿੰਘ ਕੰਗ ਅਤੇ ਉਹਨਾਂ ਦੇ ਪੁੱਤਰਾਂ ਯਾਦਵਿੰਦਰ ਸਿੰਘ ਕੰਗ ਅਤੇ ਅਮਰਿੰਦਰ ਸਿੰਘ ਕੰਗ ਨੂੰ ਆਪ ਪਰਿਵਾਰ ਵਿੱਚ ਸ਼ਾਮਲ ਕੀਤਾ। ਆਪ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਸ਼ਾਮਲ ਹੋਣ ਮੌਕੇ ਹਾਜ਼ਰ ਸਨ। ਜ਼ੀਰਾ ਨੇੜਲੇ ਪਿੰਡ ਲਹਿਰਾ ਰੋਹੀ ਵਿਖੇ ਘਰ 'ਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦਾ ਭਤੀਜਾ ਖੁਸ਼ਪਿੰਦਰ ਸਿੰਘ ਆਪਣੀ ਮਾਤਾ ਨਾਲ ਪਿੰਡ ਸਨੇਰ ਵਿਖੇ ਵਿਆਹ ਤੇ ਗਿਆ ਹੋਇਆ ਸੀ। ਮਗਰੋਂ ਉਹਨਾਂ ਦੇ ਘਰ ਵਿੱਚ ਧੂੰਆਂ ਉੱਠਣ ਲੱਗਾ, ਜਿਸ ਤੋਂ ਬਾਅਦ ਖੁਸ਼ਪਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ ਗਈ। ਖੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਘਰ ਆ ਕੇ ਦੇਖਿਆ ਤਾਂ ਬੇਤਹਾਸ਼ਾ ਅੱਗ ਲੱਗੀ ਹੋਈ ਸੀ, ਜਿਸ ਤੇ ਉਹਨਾਂ ਜ਼ੀਰਾ ਦੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਪੀੜਤਾ ਨੇ ਦੱਸਿਆ ਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਘਟਨਾ ਬਾਰੇ ਪਤਾ ਲੱਗਣ ਤੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪਰਿਵਾਰ ਕੋਲ ਪਹੁੰਚ ਕੇ ਘਟਨਾ ਤੇ ਦੁੱਖ ਪ੍ਰਗਟ ਕੀਤਾ। ਸਾਡਾ ਨਾਂ ਖੁਸ਼ਪਿੰਦਰ ਸਿੰਘ ਹੈ ਤੇ ਆਪਣੇ ਘਰੇ ਅੱਗ ਲੱਗ ਗਈ ਸੀ ਜੀ। ਚਾਚਾ ਜੀ ਨੇ ਦੱਸਿਆ ਤਾਂ ਅਸੀਂ ਵਿਆਹ ਤੇ ਗਏ ਹੋਏ ਸੀ। ਜਦੋਂ ਆ ਕੇ ਵੇਖਿਆ ਤੇ ਅੱਗ ਵਾਹ ਵੱਧ ਚੁੱਕੀ ਸੀ ਜੀ, ਜੋ ਬੇਕਾਬੂ ਪੂਰੀ ਹੋ ਚੁੱਕੀ ਸੀ ਜੀ। ਤੇ ਵੱਡੀ ਮਾਤਰਾ ਦਾ ਨੁਕਸਾਨ ਹੋਇਆ। ਪੈਸਾ, ਗਹਿਣਾ ਗੱਟਾ, ਜੋ ਕੱਪੜਾ ਲੀੜਾ, ਹੋਰ ਕੀਮਤੀ ਸਮਾਨ ਸੀ, ਬਹੁਤ ਸੀ। ਜਦੋਂ ਤੱਕ ਐਂਬੂਲੈਂਸ ਆਈ ਤੇ ਸਾਰਾ ਕੁਝ ਜਲ ਕੇ ਸਵਾਹ ਹੋ ਚੁੱਕਿਆ ਸੀਗਾ ਤੇ ਅੱਗ ਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਸੀਗਾ। ਕਿਵੇਂ ਅੱਗ ਤੇ ਕਾਬੂ ਪਾਇਆ? ਕੋਈ ਮਦਦ ਲਈ ਕਿਸੇ ਦੀ? ਹਾਂਜੀ, ਪਿੰਡ ਤੋਂ ਲੋਕ ਆਏ, ਦੋਸਤ ਮਿੱਤਰਾਂ ਜਦੋਂ ਨੂੰ ਫੋਨ ਲਾਇਆ, ਜਦੋਂ ਨੂੰ ਉਹ ਆਏ ਉਦੋਂ ਤਾਈਂ ਕਾਫੀ ਕੰਮ ਵੱਧ ਚੁੱਕਿਆ ਸੀਗਾ। ਤੇ ਫਾਇਰ ਬ੍ਰਿਗੇਡ ਇਹ ਲਗਭਗ 8:30 ਪੌਣੇ 9 ਵਜੇ ਦੇ ਕਰੀਬ ਸਾਰਾ ਕੁਝ ਹੋ ਚੁੱਕਿਆ ਸੀਗਾ। ਜ਼ਿਆਦਾਤਰ ਨੁਕਸਾਨ ਕਾਹਦਾ ਹੋਇਆ ਆਪਣਾ? ਪੈਸੇ ਦਾ, ਲੱਕੜ ਦਾ ਹੀ। ਸਾਰਾ ਲੀੜਾ ਦਿੱਤਾ, ਮੇਰਾ ਕਮਰਾ, ਆਪਦਾ ਕਮਾਨ, ਕੀਮਤੀ ਡਾਕੂਮੈਂਟਸ, ਪਾਸਪੋਰਟ, ਆਰਮ ਲਾਇਸੈਂਸ, ਸੋਨਾ, ਜੋ ਸਭ ਤੋਂ ਕੀਮਤੀ ਸਮਾਨ ਮੇਰੇ ਇਸੇ ਕਮਰੇ ਦੇ ਵਿੱਚ ਪਿਆ ਸੀਗਾ। ਕੀਮਤੀ ਡਾਕੂਮੈਂਟ ਸੀਗੇ, ਫਾਦਰ ਦਾ ਡੈਥ ਸਰਟੀਫਿਕੇਟ ਸੀ, ਹੋਰ ਵੀ ਕਈ ਸਮਾਨ ਸੀਗੇ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।